फतेह। परम सन्मानयोग सतगुरां दे हजूर जुड़ बैठे रब रूप गुरमुख सत्संगी जन, सतगुरु जी की बख्शिश नाल सतगुरु जी दे दर ते जुड़न दा समा नसीब होया। सतगुरु जी की प्यारी अमृतमयी बाणी का कीर्तन गुरु के प्यारे कीर्तनिया पासों आप जी ने सरवण किया। अपने जीवन को सवारण का निमाणा जिहा उपराला गुरु चरणों में जुड़ के कर रहे हैं। सतगुरु ने बाणी अंदर सोझी दिंदिया होया सानू समझाया कि मनुख वाहिगुरू नालों टुट के माया दे विच उलझिया रहिंदा है। वो परमेश्वर एक, उस एक तो बिना जो दूसरा है उहदे विच बंदा उलझ जाता है। सुभाविक है कि एक नालों दो ज़्यादा लगता है। एक तो एक ही है। जिमें जिमें एक तो अगाह हुंदा जांदा है गिणती बढ़ती जाती है। साडा मन इसे तरह माया नूं वड्डा, माया नूं ज़्यादा जान के उस माया विच उलझदा है। परमेश्वर एक ते ये संसार दूसरा। इस संसार दी हर शै दूजा। उसे दूजे दा, उसे दूसरे भाव दा जिक्र अज दे इस शब्द विच सतगुरु करदे ने। गुरु साहब ने इस महीने का बड़ा प्यारा दृष्टांत लिया। भादों, भादों ये अपने आप दे विच ही एक बहुत प्यारा ते अर्थ भरपूर शब्द है। भा दो, भा मतलब भाव, प्रेम, मोह। दो मतलब दूसरा। सतगुरु ने भादो नहीं लिखिया इस शब्द नूं, भा दोए लिखिया। दोए के दूसरे भाव विच। इस महीने विच वापरदा की है? मीह पैंदा है, पर मीह पैण दे नाल ही हुम्मस हो जाती। एक पासे मीह पैंदा तो बड़ी खुशी हुंदी कि ठंड हो गई, राहत मिल गई गर्मी तो। पर जिमें मीह खत्म होया पहलां नालों भी ज़्यादा बुरा हाल हो गया। भरम, ऐसा ही साडा मन भरम जांदा है। माया नूं देखदा है कि बड़ा सुख है, बड़ा आनंद है, बड़ी ठंड दिंदी माया, पर नाल दी नाल दुख। जो दिसदा है वो हुंदा नहीं। इसलिए सतगुरु कहंदे इस भरम विच आदमी उलझिया ही रहिंदा है। इस भरम विच फसिया ही रहिंदा है। वो समझ ही नहीं पांदा कदे कि जो है नहीं उसनूं सच समझ लैंदा। इसलिए कदे कुछ ते कदे कुछ, कदे चंगा कदे मंदा, कदे धार्मिक कर्म कदे दुनियावी कर्म, कदे पूजा पाठ कदे गाली गलोच। सतगुरु कहंदे आ चलदा रहिंदा है बंदे दे जीवन दे विच, नाल नाल भादों रहिंदा है जीवन विच। भादों एक पासे रब दा नाम लैंदा है, गुरुद्वारे जांदा है, मंदिर मस्जिद जांदा है, दूसरे पासे नाल नाल
ਮਨ ਵਿੱਚ ਨਿੰਦਾ ਚੁਗਲੀ ਵੀ ਚੱਲਦੀ ਰਹਿੰਦੀ ਹੈ, ਦੂਸਰੇ ਪਾਸੇ ਔਗਣ ਵੀ ਕਮਾਉਂਦਾ ਰਹਿੰਦਾ ਹੈ। ਇਸ ਲਈ ਭਾਦੋ ਬਣਿਆ ਰਹਿੰਦਾ ਹੈ ਮਨ ਵਿੱਚ, ਜਿਵੇਂ ਮੀਂਹ ਪੈਂਦਾ ਹੈ, ਪਰ ਹੁਮਸ ਵੀ ਨਾਲ ਨਾਲ ਬਣੀ ਰਹਿੰਦੀ ਹੈ। ਇਸ ਲਈ ਸਤਿਗੁਰੂ ਆਖਦੇ, ਸਤਿਗੁਰੂ ਕਹਿੰਦੇ ਭਾਦੋਏ ਭਰਮ ਭੁਲਾਣੀਆਂ। ਇਸ ਭਾਦੋਂ ਵਿੱਚ ਲੋਕ ਭਰਮ ਵਿੱਚ ਭੁੱਲੇ ਰਹਿੰਦੇ ਨੇ। ਇਹ ਜੀਵ ਇਸਤਰੀਆਂ, ਇਹ ਮਨੁੱਖ ਭਰਮ ਵਿੱਚ ਭੁੱਲੇ ਫਿਰਦੇ ਨੇ, ਕੁਛ ਹੋਰ ਦਾ ਹੋਰ ਹੀ ਸਮਝੀ ਬੈਠੇ ਨੇ। ਜੋ ਸੁੱਖ ਹੈ ਹੀ ਨਹੀਂ, ਸਤਿਗੁਰੂ ਕਹਿੰਦੇ ਉਹਨੂੰ ਸੁੱਖ ਸਮਝੀ ਬੈਠੇ ਨੇ। ਅਸੀਂ ਭਰਮੇ ਹੋਏ ਹਾਂ। ਸਤਿਗੁਰੂ ਨੇ ਬਾਣੀ ਅੰਦਰ ਜ਼ਿਕਰ ਕੀਤਾ। ਸਤਿਗੁਰੂ ਕਹਿੰਦੇ ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਹੈ ਕਿ ਜੈਸਾ ਅਸੀਂ ਮੰਨਦੇ ਹਾਂ ਵੈਸਾ ਉਹ ਹੈ ਹੀ ਨਹੀਂ। ਜੋ ਅਸੀਂ ਸਮਝੀ ਬੈਠੇ ਹਾਂ ਵੈਸਾ ਉਹ ਹੈ ਹੀ ਨਹੀਂ, ਉਹ ਬਿਲਕੁਲ ਉਸ ਤੋਂ ਉਲਟ ਹੈ। ਸਤਿਗੁਰੂ ਕਹਿੰਦੇ ਜਿਵੇਂ ਕੋਈ ਸੁਪਨਾ ਦੇਖੇ ਤੇ ਸੁਪਨੇ ਵਿੱਚ ਉਹ ਰਾਜਾ ਹੋ ਜਾਵੇ, ਸੁਪਨੇ ਵਿੱਚ ਉਹ ਭਿਖਾਰੀ ਬਣ ਜਾਵੇ, ਸੁਪਨੇ ਵਿੱਚ ਕੁਛ ਵੀ ਹੋ ਜਾਏ, ਪਰ ਕੀ ਹੈ ਉਹ ਝੂਠ ਹੈ, ਉਹ ਸੱਚ ਨਹੀਂ ਹੈ। ਸਤਿਗੁਰੂ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਹੁਣ ਹੈ ਰਾਜਾ ਪਰ ਸੁਪਨੇ ਵਿੱਚ ਭਿਖਾਰੀ ਹੋ ਗਿਆ, ਤੇ ਭਿਖਾਰੀ ਹੋ ਗਿਆ, ਉਸ ਨੂੰ ਲੱਗਿਆ ਕਿ ਮੇਰਾ ਤਾਂ ਜੀਵਨ ਬਰਬਾਦ ਹੋ ਗਿਆ, ਮੈਂ ਭਿਖਾਰੀ ਬਣ ਗਿਆ। ਪਰ ਜਦੋਂ ਅੱਖ ਖੁੱਲੀ ਤਾਂ ਪਤਾ ਚੱਲਿਆ ਨਹੀਂ, ਇਹ ਤਾਂ ਭਰਮ ਸੀ, ਇਹ ਤਾਂ ਸਿਰਫ ਸੁਪਨਾ ਸੀ। ਅਸੀਂ ਮਾਇਆ ਦੀ ਨੀਂਦ ਵਿੱਚ ਐਸੇ ਹੀ ਸੁੱਤੇ ਪਏ ਹਾਂ, ਕੁਛ ਹੋਰ ਦਾ ਹੋਰ ਹੀ ਸੱਚ ਸਮਝ ਕੇ ਬੈਠੇ ਹਾਂ। ਇਸ ਸੰਸਾਰ ਨੂੰ ਜੋ ਝੂਠ ਹੈ ਉਲਝੇ ਹੋਏ ਹਾਂ। ਜਿਵੇਂ ਸੱਚ ਨੂੰ ਲੁਕਾਉਣ ਵਾਸਤੇ ਕਈ ਵਾਰੀ ਝੂਠ ਦਾ ਪਰਦਾ ਪਾ ਦਿੱਤਾ ਜਾਂਦਾ ਹੈ। ਐਸਾ ਹੁੰਦਾ ਨਾ, ਸਾਡੇ ਦੇਸ਼ ਤਾਂ ਅਕਸਰ ਐਸਾ ਹੁੰਦਾ ਰਹਿੰਦਾ ਕਿ ਬਾਹਰੋਂ ਕਿਸੇ ਦੇਸ਼ ਦੇ ਮੰਤਰੀ ਨੇ ਆਉਣਾ ਤਾਂ ਝੁੱਗੀਆਂ ਨੂੰ ਲੁਕਾਉਣ ਵਾਸਤੇ ਕੰਧਾਂ ਖੜੀਆਂ ਕਰ ਦਿਓ ਜੀ, ਪਤਾ ਹੀ ਨਾ ਲੱਗੇ ਕਿ ਝੁੱਗੀਆਂ ਝੋਪੜੀਆਂ ਵਾਲੇ ਲੋਕ ਵੀ ਇੱਥੇ ਰਹਿੰਦੇ ਨੇ, ਗਰੀਬੀ ਵੀ ਹੈ ਇੱਥੇ, ਦਿਸੇ ਹੀ ਨਾ, ਇਸ ਲਈ ਉੱਚੀ ਕੰਧ ਉਸਾਰ ਦਿਓ। ਐਸਾ ਕਿ ਸੱਚ ਦਿਸੇ ਨਾ, ਪਰਦਾ ਪਾ ਦਿਓ। ਪਰ ਪਰਦਾ ਪਾਉਣ ਨਾਲ ਕੀ ਸੱਚ ਛਿਪ ਜਾਂਦਾ ਹੈ? ਬੰਦਾ ਹੈ ਝੂਠਾ, ਹੈ ਪਾਪੀ, ਪਰ ਧਰਮ ਦਾ ਪਰਦਾ ਪਾ ਲੈਂਦਾ ਹੈ। ਕੀ ਧਰਮ ਦਾ ਪਰਦਾ ਪਾਉਣ ਨਾਲ ਉਹਦਾ ਪਾਪ ਦੂਰ ਹੋ ਜਾਂਦਾ ਹੈ? ਕਰਦਾ ਚੋਰੀ ਹੈ ਪਰ ਦਾਨ ਦਾ ਪਰਦਾ ਪਾ ਦਿੰਦਾ ਹੈ। ਕਿ ਦਾਨ ਦਾ ਪਰਦਾ ਪਾਉਣ ਨਾਲ ਉਹਦੇ ਅੰਦਰ ਦੀ ਜਿਹੜੀ ਚੋਰੀ ਵਾਲੀ ਬਿਰਤੀ ਹੈ, ਉਹਦਾ ਜਿਹੜਾ ਚੋਰਪੁਣ ਹੈ ਉਹ ਮਿਟ ਜਾਂਦਾ ਹੈ? ਬਿਲਕੁਲ ਨਹੀਂ। ਜੋ ਦੂਸਰਿਆਂ ਨੂੰ ਲੁੱਟਣਾ, ਜੋ ਜਨਤਾ ਨੂੰ ਲੁੱਟਣਾ, ਪਰਜਾ ਨੂੰ ਲੁੱਟਣਾ, ਉਹਦੇ ਉੱਤੇ ਕਿਸੇ ਅੰਮ੍ਰਿਤ ਮਹਾ ਉਤਸਵ ਦਾ ਪਰਦਾ ਪਾ ਦਿੱਤਾ ਜਾਵੇ ਤਾਂ ਕੀ ਉਹਦੇ ਨਾਲ ਉਹਦੇ ਸੁਭਾਅ ਵਿੱਚ ਕੋਈ ਫਰਕ ਪੈ ਜਾਂਦਾ ਹੈ? ਬਿਲਕੁਲ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਲੋਕ ਭਰਮ ਵਿੱਚ ਫਸ ਜਾਂਦੇ ਨੇ। ਲੋਕ ਸਮਝ ਲੈਂਦੇ ਨੇ ਬੰਦਾ ਬੜਾ ਦਾਨੀ ਹੈ, ਦਾਨ ਉਹਦੇ ਚੋਰ ਹੋਣ ਨੂੰ ਲੁਕੋ ਲੈਂਦਾ ਹੈ, ਤੇ ਬੰਦਾ ਉਸ ਭਰਮ ਵਿੱਚ ਆਪਣੇ ਆਪ ਨੂੰ ਦਾਨੀ ਸਮਝ ਲੈਂਦਾ ਕਿ ਮੈਂ ਤੇ ਦਾਨੀ ਹਾਂ, ਪਰ ਹੈ ਅਸਲ ਵਿੱਚ ਚੋਰ, ਹੈ ਅਸਲ ਵਿੱਚ ਪਾਪੀ। ਪੁੰਨ ਕਰਕੇ ਉਹ ਆਪਣੇ ਪਾਪ ਨੂੰ ਲੁਕਾਉਣ ਦਾ ਯਤਨ ਕਰਦਾ ਹੈ ਤੇ ਆਪਣੇ ਆਪ ਨੂੰ ਪੁੰਨ ਆਤਮਾ ਸਮਝਣ ਲੱਗ ਜਾਂਦਾ ਹੈ। ਸਤਿਗੁਰੂ ਕਹਿੰਦੇ ਭਾਈ ਭਰਮ ਵਿੱਚ ਲੋਕ ਭੁੱਲੇ ਨੇ, ਭਰਮ ਵਿੱਚ ਭਟਕੇ ਹੋਏ ਨੇ, ਉਹ ਸਮਝ ਹੀ ਨਹੀਂ ਪਾਉਂਦੇ, ਕਦੇ ਅਸਲੀਅਤ ਨੂੰ ਕਦੇ ਜਾਣ ਹੀ ਨਹੀਂ ਪਾਉਂਦੇ। ਹੌਲੀ ਹੌਲੀ ਅਸੀਂ ਲੋਕ ਅਸਲੀਅਤ ਤੋਂ ਇੰਨਾ ਕੁ ਦੂਰ ਹੋ ਜਾਂਦੇ ਹਾਂ ਕਿ ਸਾਨੂੰ ਝੂਠ ਹੀ ਸੱਚ ਲੱਗਣ ਲੱਗ ਪੈਂਦਾ, ਸਾਨੂੰ ਝੂਠ ਹੀ ਸੱਚ ਪ੍ਰਤੀਤ ਹੋਣ ਲੱਗ ਜਾਂਦਾ
क्योंकि ऐसा नशा दे दिता जाता है, ऐसा आज़ादी का नशा, ऐसे होर बहुत सारे देश भगती के नशे ऐसे दे दिते जाते हैं कि बंदा हौली हौली अपने इतिहास नूं, अपने पिछोकड़ नूं भुल जाता है। भरम विच फस जाता है। तुहाडे विचों बहुते वो पाकिस्तान तो पिछले लਹਿੰਦੇ पंजाब तो आए होणगे, साडे बजुर्ग, साडे दादे, वो अपना देश, अपनी ज़मीन, अपना पिंड, घर घाट सब छड्ड के आए। तो की कुछ उन्हां नाल वापरिया तुसीं कहानियां सुनिया होणगियां, की कुछ वापरिया तुसीं सुनिया। पर हुण अगांह वालीआं पीढ़ियां वो इन्हां गल्लां तो वाकफ नहीं, वो कभी भी नहीं जान सकणगियां वो गल्लां कि की वापरिया सी। बस उन्हां नूं इक्को चीज़ याद रहेगी कि ये खुशी का दिन है, कि इस दिन असीं आज़ाद होए। पर उन्होंने कदे भी इस गल का चेता नहीं रहेगा, कदे भी इस गल का वो चेता करनगे भी नहीं, क्योंकि चेता कराया ही नहीं जाएगा कि उस दिन 10 लाख लोग मारे गए। कौन मारे गए? साडे अपने। अपना घर घाट छड्ड के तुर पै, किधर नूं तुर पै कोई पता नहीं, कित्थे जाना है कुछ भी नहीं पता। इसलिए लोग भरम विच फस जाते हैं, सरकारां उलझाई रखदियां, माया उलझाई रखदी बंदे नूं, बंदा उलझ जाता है। सतगुरु कहंदे भरम भुलाणियां, भरम विच भुलियां होईयां, भरम विच भटकियां होईयां, असीं लोग भरम विच पै रहिंदे आ। फिर उसे नूं सच समझ लैंदे आ कि हाँ जी यही है, यही सच है जो दस्सिया जा रहा है, यही देश भगती है। अपने घर के बाहर झंडा लाउणा ही देश भगती है, बस यही देश भगती के मायने हो जाते हैं। इन्ना क काम करन नाल कोई देश भगत नहीं हो जाता। पर लोग भरम विच फस जाते हैं, उलझ जाते हैं। इसलिए हुण वो देश भगती बस कल परसों सी, हुण उतर गया नशा, हुण लोग उलझ गए फिर आपो अपने कामां विच, फिर लग गए। हुण अगले साल फिर चेता आएगा देश भगती का। इसलिए सतगुरु कहते भरम विच लोग फसे रहंदे ने, उलझे रहंदे ने। दूजा लगा हेत, माया दे विच हेत है, माया विच हेत है, विषयां विच, विकारां विच हेत, काम क्रोध नाल हेत, उहदे नाल प्रेम पाया होया। बंदा कहंदा है कि मैं जी विकारां नूं छड्डना चाहुंदा, मैं जो गलत करदा है ना, मैं अपने गलत नूं छड्डना चाहुंदा। पर बड़ी हैरानी की गल है कि बंदा चाहुंदा है छड्डना, पर छड्डण वास्ते यतन की करदा है। कोई बंदा अपने घर दे विच कोई बूटा लिया के ला लवे, बाहरों किसी नर्सरी चों ले आवे, हुण उस बूटे नूं रोज़ पानी दिंदा है, उहनूं गोडी भी करदा है, उहदा ध्यान रखदा है। हुण वो बूटा बधण फुੱਲਣ लग पिया। जदों वो बधण फुੱਲਣ लग पिया, हुण उस बूटे दे विचों फुੱਲਾਂ ਦੀ बजाय कंडे ही कंडे उगण लग पए। कंडे ही कंडे ने, वो हौली हौली वधदा जा रहा है। हुण वो घर दे विहड़े विच लाया सी, हुण सारा विहड़ा कंडिਆਂ नाल भर गया, सारा विहड़ा कंडिਆਂ नाल भर गया। ਉਹਨੂੰ पानी भी रोज़ देई ਜਾਂਦਾ है, लोड़ पैण ते ਉਹਨੂੰ खाद भी पाउंदा है, ਉਹਨੂੰ गोडी भी करदा है, ਉਹਦਾ ध्यान भी रखदा है। पर हुण दुखी है कि मेरे घर 'च तां कंडे बहुत हो गए, मैं की हल करा इन्हां कंडिਆਂ ਦਾ। हुण लोकां तो सलाहां लैंदा फिरदा कि भाई मेरे घर विच कंडे ही कंडे ने, मैं बड़ा मुश्किल विच हां। हुण वो कंडे पैदा किहने कीते? आप। उन्हां नूं पानी कौन दे रहा है? आप। उहनूं गोडी कौन करदा है? आप। खाद कौन दिंदा है? आप। असीं लोग इसे तरह अपने अंदर दे विकारां नूं पानी दिंदे आ, गोडी दिंदे आ, उहनां दी देखभाल करदे आ, ते बाद विच इह कहंदे आ मेरे तो छड्डिया नहीं जांदा, मैं छड्डना चाहुंदा क्रोध, मेरे तो छड्डिया नहीं जांदा। कमाल है। मैं छड्डना चाहुंदा काम, मेरे कोल छड्डिया नहीं जांदा। पानी कौन दे रहा है उसनूं?
मैं निंदा चुगली छड्डना चाहुंदा पर मेरे तो छड्डी नहीं जाती। जदों कोई आके बह जांदा कौन शुरू करदा है? आप ही करते हैं। इसलिए आप उसनूं बदन फुੱਲਣ ਨੂੰ सहारा दिंदे आ ते आप ही कहते हैं कि साडे कोलों छड्डिया नहीं जाता। सब दी हालत यही है। बंदा कहता जी मैं झूठ बोलना नहीं चाहता पर बोल बैठना, बस ऐसा ही। इसलिए हेत उत्थे लगा होया है। जद तक हेत है माया विच उदों तक इहदे तो मुक्त किवें होवांगे। इसलिए जदों पता लग गया कि जिहड़ा बूटा मैं लिआया सी उहदे विच फुੱਲ कोई नहीं है, कंडे ही कंडे ने, तां कंडे नूं पकड़ के जड़ तक पहुंचीदा ते उहनूं जड़ों पुट्टीदा। पानी नहीं देईदा, खाद नहीं पाईदी, कुछ भी ऐसा नहीं करीदा जिहदे नाल वो वधदा फुੱਲदा, सगों उसनूं अपने घर विचों उखाड़ सुट्टीदा। इसलिए सतगुरु कहंदे जदों पता लग गया कि ਜਿਹੜੇ ਕੰਮ ਨੂੰ ਕਰਨ ਨਾਲ ਮੇਰੇ ਮਨ ਅੰਦਰ ਵਾਸਨਾ ਵੱਧਦੀ ਹੈ, ਕ੍ਰੋਧ ਵੱਧਦਾ ਹੈ, ਲੋਭ ਵੱਧਦਾ ਹੈ, ਮੋਹ ਵੱਧਦਾ ਹੈ, ਇਸ ਕੰਮ ਨੂੰ ਕਰਿਆ ਮੈਂ ਹੰਕਾਰੀ ਹੁੰਦਾ ਵਾਂ। ਪਤਾ ਲੱਗ ਗਿਆ ਨਾ ਵੀ ਕੰਡਾ ਚੁੱਭਦਾ ਹੈ, ਦੁੱਖ ਦਿੰਦਾ ਹੈ, ਤਾਂ ਉਸ ਕੰਮ ਨੂੰ ਤਿਆਗ ਦੇਣਾ ਭਲਾ ਹੈ। ਤਾਂ ਗੱਲ ਬਣਦੀ ਹੈ। इसलिए सतगुरु कहते ਉਹਦੇ ਨਾਲ ਬੰਦਾ ਹੇਤ ਪਾ ਕੇ ਬੈਠਾ ਹੈ ਤਾਂ ਕਿਵੇਂ ਫਿਰ ਉਹਦੇ ਤੋਂ ਮੁਕਤ ਹੋਵੇ। ਭਰਮ ਵਿੱਚ ਭੁੱਲਿਆ ਹੋਇਆ, ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਹੇਤ ਲਾਇਆ ਹੋਇਆ ਮਾਇਆ ਨਾਲ ਤੇ ਦਿਖਾਵੇ ਦੇ ਕਰਮ ਕਰਦਾ, ਲੱਖ ਸ਼ਿੰਗਾਰ ਬਣਾਇਆ। ਸਤਿਗੁਰੂ ਕਹਿੰਦੇ ਸ਼ਿੰਗਾਰ ਬਣਾ ਲਿਆ, ਬਹੁਤ ਸ਼ਿੰਗਾਰ ਕਰ ਲਿਆ, ਸਜਾ ਸਵਾਰ ਲਿਆ, ਬਾਹਰੋਂ अपने आप को खूबसूरत कर लिया, सवार लिया, सोहना हो गया। तो वो बाहरों ही है। अजकल तो बड़ा सौखा तरीका है। अजकल तो बड़े फिल्टर ने लोग स्नैपचैट ते जां होर जिन्नियां इंस्टा ने जां होर जिन्ने भी ने उन्हां ते बड़े फिल्टर ने। तुहानूं कोई मेकअप करन दी कुछ करन दी जरूरत नहीं, बस तस्वीर खिच्चो, अपने फोन नूं अपने चेहरे दे सामने करो, वो फोन तुहाडा वो फिल्टर उस चेहरे नूं इन्ना खूबसूरत कर दिंदा है जिन्ना असीं असल विच हुंदे भी नहीं। वो सानूं वो दिखा दिंदा है जो असीं है ही नहीं। ते हैरानी इस गल दी है, अज दे साडे नौजवान धीआं पुत्त साडे भैण भाई वो इसे चक्कर विच उलझे होए ने। वो अपने आप नूं वो समझी जांदे ने जो वो है ही नहीं। वो समझी जाते हैं कि मेरे वर्गा तो सोहना कोई है ही नहीं, जद कि असलीयत उल्ट है। सब फिल्टरां दा कमाल है और कुछ भी नहीं, असलीयत बिल्कुल उल्टी है। सतगुरु कहते श्रृंगार कर लिया बाहरों, पर वो श्रृंगार अंदर नूं किवें ढकेगा। अंदरला वो रूप वो तो प्रगट होवेगा ही, उहनूं किन्ना क लुको लवांगे असीं। गुरु नानक साहब का बचन है, आप रोज़ पढ़ते हैं। सतगुरु कहते कि जो अंदर हुंदा है वो लुकदा नहीं। जो साडे अंदर है उन्होंने लुकोया नहीं जा सकता, वो प्रगट होवेगा ही होवेगा। सतगुरु कहते पहला अंदर जो जी होए सो उगवे। जो साडे जी विच जो साडे अंदर है वो उगेगा, वो प्रगट होवेगा। इसलिए बाहरों उन्होंने जिन्ना मर्जी धर्म का लिबास पहना के, बाहरों रूप रंग का लिबास पहना के, बाहरों मिठियां मिठियां चंगियां चंगियां गल्लां नाल उन्होंने ढक के जिन्ना मर्जी उन्होंने लुकाउण दा यतन करिए, वो प्रगट हो ही जाता है। साडे अंदर दा क्रोध, साडे अंदर दा मोह, साडे अंदर दा हंकार वो प्रगट हो ही जाता है। तुसीं कदे भी निमर आदमी नूं ये कहंदियां नहीं सुनोगे कि मैं तां जी बहुत गरीब, बहुत निमाणा, उन्होंने कदी नहीं सुनोगे तुसीं। पर जिहड़ा हंकारी होएगा वो अक्सर कहेगा मैं तां जी तुहाडे चरनां दी धूड़।
ਮੈਂ ਤਾਂ ਜੀ ਦਾਸ। ਜਿਹੜਾ ਦਾਸ ਸੱਚਮੁੱਚ ਹੈ ਉਹਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ, ਉਹ ਕਹਿੰਦਾ ਹੀ ਨਹੀਂ ਕਿ ਮੈਂ ਤੁਹਾਡਾ ਸੇਵਕ। ਜਿਹੜਾ ਹੰਕਾਰੀ ਹੈ ਉਹਨੂੰ ਲੋੜ ਪੈਂਦੀ ਹੈ ਕਹਿਣ ਦੀ ਕਿ ਮੈਂ ਤਾਂ ਜੀ ਕੁਛ ਵੀ ਨਹੀਂ, ਮੈਂ ਤਾਂ ਮੂਰਖ। ਕਿਉਂਕਿ ਉਹ ਕਹਿੰਦਾ ਇਸੇ ਕਰਕੇ ਹੈ, ਆਪਣੇ ਆਪ ਨੂੰ ਸਿਆਣਾ ਸਮਝਦਾ ਤਾਂ ਖੁਦ ਨੂੰ ਮੂਰਖ ਕਹਿ ਰਿਹਾ ਕਿ ਸਾਹਮਣੇ ਵਾਲਾ ਮੈਨੂੰ ਕਹੇ ਕਿ ਨਹੀਂ ਨਹੀਂ ਤੁਸੀਂ ਮੂਰਖ ਥੋੜੀ, ਤੁਸੀਂ ਤਾਂ ਬੜੇ ਸਿਆਣੇ। ਇਹ ਸੁਣਨ ਵਾਸਤੇ ਉਹ ਆਪਣੇ ਆਪ ਨੂੰ ਮੂਰਖ ਕਹਿੰਦਾ। ਇਹ ਸ਼ਿੰਗਾਰ ਝੂਠ ਦਾ ਜਿਹੜਾ ਬੰਦਾ ਕਰਦਾ ਹੈ, ਸਤਿਗੁਰੂ ਕਹਿੰਦੇ ਇਹ ਕਿਸੇ ਕੰਮ ਨਹੀਂ ਆਉਂਦਾ। ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਇਹ ਕਿਸੇ ਕਾਰਜ ਨਹੀਂ, ਇਹਦਾ ਕੀ ਲਾਭ ਹੋਵੇਗਾ? ਅਸੀਂ ਇਸ ਤਰ੍ਹਾਂ ਝੂਠ ਦਾ ਪ੍ਰਗਟਾਵਾ ਕਰਕੇ ਕਿਸੇ ਬੰਦੇ ਨੂੰ ਰਾਜ਼ੀ ਕਰ ਲਵਾਂਗੇ ਕਿਸੇ ਗੱਲ ਲਈ। ਕੋਈ ਬੰਦਾ ਸਾਡੀ ਗੱਲ ਮੰਨ ਲਏਗਾ, ਕੋਈ ਬੰਦਾ ਸਾਨੂੰ ਦੇਖ ਲਏਗਾ ਕਿ ਇਹ ਬੰਦਾ ਬਹੁਤ ਭਲਾ ਹੈ। ਇੱਕ ਵਾਰੀ ਉਹ ਸਾਡੇ ਭਰਮ ਵਿੱਚ ਪੈ ਜਾਏਗਾ, ਭੁਲੇਖੇ ਵਿੱਚ ਪੈ ਜਾਏਗਾ, ਪਰ ਹਰ ਵਾਰੀ ਨਹੀਂ। ਇਹ ਤੇ ਹੈ ਨਹੀਂ ਕਿ ਸਾਡੀ ਅਸਲੀਅਤ ਕਦੇ ਪ੍ਰਗਟ ਨਹੀਂ ਹੋਵੇਗੀ। ਸੂਰਜ ਚੜ੍ਹਦਾ ਹੈ ਰੋਜ਼, ਬੱਦਲ ਉਹਨੂੰ ਕਿੰਨਾ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ, ਕਿੰਨਾ। ਜਿੱਦਣ ਪੂਰਾ ਆਸਮਾਨ ਬੱਦਲਾਂ ਨਾਲ ਭਰਿਆ ਹੋਵੇ ਨਾ, ਬੱਦਲ ਪੂਰੀ ਕੋਸ਼ਿਸ਼ ਕਰਦੇ ਉਹਨੂੰ ਲੁਕਾਉਣ ਦੀ, ਪਰ ਫਿਰ ਵੀ ਸੂਰਜ ਕਿਤੇ ਨਾ ਕਿਤੇ ਦਿਸ ਹੀ ਪੈਂਦਾ। ਐਸਾ ਹੀ ਬੰਦੇ ਦੇ ਪਖੰਡ, ਇਹਦੇ ਝੂਠ, ਇਹਦੇ ਬਾਹਰਲੇ ਧਰਮ ਦੇ ਜਾਂ ਦੂਸਰੇ ਹਾਰ ਸ਼ਿੰਗਾਰ ਸਾਰੇ ਜਿੰਨਾ ਮਰਜ਼ੀ ਇਹਦੇ ਅੰਦਰ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ, ਇਹ ਕਿਤੇ ਨਾ ਕਿਤੇ ਇਹਦਾ ਸੱਚ ਪ੍ਰਗਟ ਹੋ ਹੀ ਜਾਂਦਾ ਹੈ, ਲੁਕਦਾ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਕਾਰਜ, ਇਹਨਾਂ ਦਾ ਕੋਈ ਲਾਭ ਨਹੀਂ ਹੁੰਦਾ, ਇਹਨਾਂ ਤੋਂ ਕੁਛ ਹਾਸਲ ਨਹੀਂ ਹੁੰਦਾ। ਕਾਰਜ ਨਾਹੀਂ ਕੇਤ, ਇਹ ਕਿਸੇ ਕੰਮ ਨਹੀਂ ਆਉਂਦੇ। ਇਸ ਲਈ ਜਦੋਂ ਇਹ ਸਰੀਰ ਬਿਨਸਦਾ ਹੈ, ਜਿਹਨੂੰ ਅਸੀਂ ਇੰਨਾ ਸ਼ਿੰਗਾਰਦੇ ਹਾਂ, ਸਵਾਰਦੇ ਹਾਂ, ਇਹਦਾ ਖਿਆਲ ਰੱਖਦੇ ਹਾਂ, ਇਹ ਸਰੀਰ ਜਿਤ ਦਿਨ ਦੇਹ ਬਿਨਸ ਸੀ, ਜਿਸ ਦਿਨ ਇਹ ਬਿਨਸ ਜਾਏਗੀ ਦੇਹੀ, ਉਸ ਦਿਨ ਤਿਤ ਵੇਲੇ ਕੈਸਨ ਪ੍ਰੇਤ। ਲੋਕ ਕਹਿਣਗੇ ਪ੍ਰੇਤ ਹੋ ਗਿਆ, ਪ੍ਰੇਤ ਪਰੇ ਹੋ ਗਿਆ, ਨਿਕਲ ਗਿਆ ਇਸ ਸਰੀਰ ਵਿੱਚੋਂ। ਲੋਕ ਜਿਉਂਦੇ ਆਦਮੀ ਤੋਂ ਉਹਨਾਂ ਨਹੀਂ ਡਰਦੇ ਜਿੰਨਾ ਮਰੇ ਹੋਏ ਤੋਂ ਡਰਦੇ ਨੇ। ਮਰੇ ਹੋਏ ਤੋਂ ਡਰਨ ਦਾ ਕਾਰਨ ਇਹ ਨਹੀਂ ਹੈ ਕਿ ਉਸ ਬੰਦੇ ਦੇ ਅੰਦਰ ਕੋਈ ਭੂਤ ਪ੍ਰੇਤ ਹੋਵੇਗਾ ਜਾਂ ਉਹਦੇ ਆਲੇ ਦੁਆਲੇ, ਉਹਦੇ ਸਰੀਰ ਦੇ ਆਲੇ ਦੁਆਲੇ ਉਹਦੀ ਕੋਈ ਆਤਮਾ ਘੁੰਮਦੀ ਹੋਵੇਗੀ। ਇਹ ਡਰ ਨਹੀਂ ਹੁੰਦਾ। ਡਰ ਅਸਲ ਵਿੱਚ ਇਹ ਹੁੰਦਾ ਕਿ ਉਹਦਾ ਮੁਰਦਾ ਸਰੀਰ ਇਸ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਤੇਰੇ ਸਰੀਰ ਨੇ ਵੀ ਮੁਰਦਾ ਹੋ ਜਾਣਾ। ਇਸ ਡਰ ਕਰਕੇ ਅਸੀਂ ਮੁਰਦੇ ਦੇ ਲਾਗੇ ਨਹੀਂ ਜਾਂਦੇ, ਕਿਉਂਕਿ ਆਪਣੇ ਮੁਰਦਾ ਹੋਣ ਦਾ ਡਰ ਲੱਗਦਾ ਹੈ। ਇਸ ਲਈ ਲੋਕ ਮੁਰਦਾ ਘਰ ਦੇ ਕੋਲੋਂ ਦੀ ਵੀ ਨਹੀਂ ਲੰਘਦੇ। ਇੱਕ ਦਿਨ ਮੈਂ ਹਸਪੀਟਲ ਗਿਆ ਤੇ ਉੱਥੇ ਮੁਰਦਾ ਘਰ ਦੇ ਕੋਲੋਂ ਦੀ ਕੁਝ ਬੀਬੀਆਂ ਉਹ ਲੰਘ ਰਹੀਆਂ ਸਨ। ਜਦੋਂ ਉਹਨਾਂ ਨੇ ਪੜ੍ਹਿਆ ਕਿ ਇਹ ਤਾਂ ਮੁਰਦਾ ਘਰ ਹੈ, ਉਹਨਾਂ ਨੇ ਰਾਹ ਬਦਲ ਲਿਆ। ਉਹ ਗੱਲਾਂ ਕਰਦੇ ਨੇ ਇੱਥੋਂ ਦੀ ਨਹੀਂ ਲੰਘਣਾ। ਕਿਉਂ? ਕਿਉਂਕਿ ਜੀ ਮੁਰਦਾ ਘਰ ਹੈ, ਇੱਥੇ ਲਾਸ਼ਾਂ ਰੱਖੀਆਂ ਜਾਂਦੀਆਂ। ਕਿਉਂ? ਕਿਉਂਕਿ ਡਰ ਲੱਗਦਾ ਹੈ ਆਪਣੇ ਮੁਰਦਾ ਹੋਣ ਤੋਂ। ਅਸੀਂ ਉਹਦੇ ਕੋਲੋਂ ਦੀ ਵੀ ਗੁਜ਼ਰਨਾ ਨਹੀਂ ਚਾਹੁੰਦੇ। ਸਤਿਗੁਰੂ ਕਹਿੰਦੇ ਬੰਦਾ ਡਰਦਾ ਹੈ ਤੇ ਤਵੇਲਾ ਕੈਸਨ ਪ੍ਰੇਤ, ਪ੍ਰੇਤ ਕਹਿ ਕੇ ਪਰੇ ਹੋ ਜਾਂਦਾ ਹੈ। ਇਸ ਲਈ ਇੱਕ ਵਾਰੀ ਮਰੇ ਆਦਮੀ ਦਾ ਚਿਹਰਾ ਦੇਖ ਕੇ ਲੋਕ ਪਾਸੇ ਹੋ ਕੇ ਬਹਿ ਜਾਂਦੇ ਨੇ ਕਿ ਬਸ ਠੀਕ ਹੈ ਜੀ, ਆਖਰੀ ਦਰਸ਼ਨ ਕਰ ਲਿਆ, ਚਲੋ ਬਸ ਠੀਕ, ਖਤਮ ਕਰ। ਸਤਿਗੁਰੂ ਸਮਝਾਉਂਦੇ ਪਕੜ ਚਲਾਇਨ ਦੂਤ ਜਮ, ਕਿ ਦੂਤ ਪਕੜ ਕੇ ਲੈ ਗਏ। ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਣੀ ਭੇਤ, ਕਿਸੇ ਨੂੰ ਖਬਰ ਵੀ ਨਾ ਹੋਈ। ਕੋਲ ਬੈਠਿਆਂ ਨੂੰ ਨਹੀਂ ਪਤਾ ਚੱਲਿਆ। ਸਰਾਣੇ ਬੈਠੇ ਸਨ ਸਾਰੇ, ਸਾਰਾ ਟੱਬਰ ਬੈਠਾ ਸੀ ਬਾਪੂ ਦੇ ਆਲੇ ਦੁਆਲੇ, ਪਰ ਬਾਪੂ ਕਦੋਂ ਹੱਥਾਂ ਵਿੱਚੋਂ ਨਿਕਲ ਗਿਆ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ। ਸਤਿਗੁਰੂ ਕਹਿੰਦੇ ਉਹ ਭੇਤ ਨਹੀਂ ਦਿੰਦਾ। ਮੌਤ ਕੋਲ ਬੈਠੇ ਨੂੰ ਵੀ ਪਤਾ ਨਹੀਂ ਲੱਗਣ ਦਿੰਦੀ। ਇਸ ਲਈ
बस ये दिखाई दिंदा है कि आदमी नूं मोढिਆਂ ते चुक के लै ਚੱਲੇ शमशान ਵੱਲ ਨੂੰ, पर उस आदमी दे विचों जिंद नूं कौन लै गया वो कोई नहीं जानदा, वो कोई नहीं समझदा। इस करके सतगुरु कहंदे किसे ना देनी भेत, वो कोई भेत नहीं दिंदा, किसे नूं खबर नहीं लगण दिंदा। कोई नहीं जानदा कि की वापरदा है, साडी देही नाल की वापरेगा कौन जानदा है, साडे प्राण किवें निकलणगे किसे नूं की पता है, ना सानूं पता है ना किसे होर नूं पता है। बस सिर्फ मौत जानदी है, उहदे तो इलावा होर कोई नहीं जानदा। पकड़ चलायन दूत जम किसे ना देनी भेत, छड्ड खड़ोते खिनै माहे। जिन्हां नाल बहुत प्यार सी, जिन्हां नाल बहुत प्रेम सी, वो छड्ड के पासे हो गए। ऐसे बहुत सारे लोग ने ਜਿਹੜੇ ਕਹਿੰਦੇ ਨੇ ਕਿ ਮੈਂ ਰਹਿ ਨਹੀਂ ਸਕਦਾ ਆਪਣੀ ਮਾਂ ਬਿਨਾ, ਆਪਣੇ ਬਾਪ ਬਿਨਾ, ਆਪਣੀ ਭੈਣ, ਆਪਣੇ ਭਾਈ ਬਿਨਾ। ਅਕਸਰ ਇਹ ਦੇਖਿਆ ਗਿਆ ਕਿ ਜਦੋਂ ਕੋਈ ਆਦਮੀ ਮਰ ਜਾਂਦਾ ਤਾਂ ਜਿਹੜੇ ਉਹਨੂੰ ਬਹੁਤ ਚਾਹਣ ਵਾਲੇ ਹੁੰਦੇ ਨੇ ਉਹ ਵੀ ਪਾਸੇ ਹੋ ਕੇ ਬਹਿ ਜਾਂਦੇ ਨੇ, ਪਿਛਾਂਹ ਹੋ ਕੇ ਬੈਠ ਗਏ। ਮੈਂ ਵੇਖਿਆ ਇੱਕ ਥਾਂ ਐਸਾ ਕਿ ਕੋਈ ਲੜਕੀ ਕਹਿੰਦੀ ਸੀ ਕਿ ਮੈਂ ਆਪਣੀ ਮਾਂ ਤੋਂ ਬਿਨਾ ਮਰ ਜਾਵਾਂਗੀ। ਉਹ ਆਪਣੇ ਸਹੁਰੇ ਘਰ ਵੀ ਕਲੇਸ਼ ਪਾਈ ਰੱਖਦੀ ਸੀ ਕਿ ਮੈਂ ਆਪਣੀ ਮਾਂ ਨੂੰ ਨਹੀਂ ਛੱਡ ਸਕਦੀ, ਜੋ ਮਰਜ਼ੀ ਹੋ ਜਾਏ। ਜਿਸ ਦਿਨ ਉਹਦੀ ਮਾਂ ਮਰੀ, ਉਹ ਆਪਣੀ ਮਾਂ ਨੂੰ ਨਵਾਉਣ ਵਾਸਤੇ ਵੀ ਅੱਗੇ ਨਾ ਹੋਈ। ਉਹ ਕਹਿੰਦੀ ਸੀ ਮੈਂ ਸੱਸ ਛੱਡ ਦਿਆਂਗੀ, ਆਪਣਾ ਸਾਰਾ ਕੁਝ ਛੱਡ ਦਿਆਂਗੀ, ਮਾਂ ਨੂੰ ਨਹੀਂ ਛੱਡ ਸਕਦੀ। ਜਿਸ ਦਿਨ ਮਾਂ ਮਰੀ ਉਹਨੂੰ ਹੱਥ ਵੀ ਨਹੀਂ ਲਾਇਆ। ਸਤਿਗੁਰੂ ਕਹਿੰਦੇ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲੱਗਾ ਹੇਤ। ਜਿਨ੍ਹਾਂ ਨਾਲ ਬੜਾ ਹੇਤ ਸੀ, ਜਿਨ੍ਹਾਂ ਨਾਲ ਬੜਾ ਪਿਆਰ ਸੀ, ਛੱਡ ਕੇ ਪਾਸੇ ਹੋ ਗਏ, ਪਰੇ ਹੋ ਗਏ ਸਭ। ਐਸਾ ਹੀ ਹੈ। ਇਸ ਲਈ ਜਿਉਂਦੀ ਜਾਨ ਨਾਲ ਤਾਂ ਬਹੁਤ ਮੋਹ ਹੈ, ਬੜਾ ਪਿਆਰ ਹੈ। ਉਸ ਪਿਆਰ ਦਾ ਪਤਾ ਕਿਵੇਂ ਲੱਗਦਾ ਹੈ? ਐਵੇਂ ਤਾਂ ਪਤਾ ਲੱਗਦਾ ਹੈ ਕਿ ਉਹ ਸੱਚਾ ਸੀ ਜਾਂ ਝੂਠਾ। ਇਸ ਲਈ ਜੇ ਮਨ ਵਿੱਚ ਕੋਈ ਡਰ ਹੈ ਤੇ ਉਸ ਡਰ ਕਰਕੇ ਹੁਣ ਉਹ ਉਸ ਮਰੇ ਹੋਏ ਆਦਮੀ ਦੇ ਨੇੜੇ ਨਹੀਂ ਹੁੰਦਾ ਜਿਹਨੂੰ ਕਹਿੰਦਾ ਸੀ ਇਹਦੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਲੋਕ ਕਹਿੰਦੇ ਨੇ ਮੇਰਾ ਬੜਾ ਪਿਆਰ ਸੀ, ਪਰ ਜੇ ਕਿਤੇ ਆਪਣੇ ਭੈਣ ਭਾਈ ਦਾ ਮਰੇ ਹੋਏ ਦਾ ਸੁਪਨਾ ਆ ਜਾਏ ਤਾਂ ਲੋਕ ਡਰ ਜਾਂਦੇ ਨੇ। ਅਕਸਰ ਐਸਾ ਸੁਣਨ ਵਿੱਚ ਮਿਲਦਾ ਹੈ। ਕਿਸੇ ਬੰਦੇ ਨੇ ਆਖਿਆ, ਕਹਿੰਦਾ ਜੀ ਮੈਨੂੰ ਮੇਰੇ ਬਾਪੂ ਦਾ ਸੁਪਨਾ ਆਉਂਦਾ। ਤੇ ਮੈਂ ਕਿਹਾ ਇਹਦੇ 'ਚ ਗਲਤ ਕੀ ਹੈ? ਕਹਿੰਦੇ ਜੀ ਨਹੀਂ ਮੈਨੂੰ ਡਰ ਲੱਗਦਾ, ਮੈਨੂੰ ਡਰ ਲੱਗਦਾ। ਮੈਂ ਕਿਹਾ ਡਰਨ ਵਾਲੀ ਇਹਦੇ ਵਿੱਚ ਕੀ ਗੱਲ ਹੈ? ਸੁਪਨਾ ਆ ਗਿਆ ਤਾਂ ਠੀਕ ਹੈ, ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ? ਨਹੀਂ, ਕਿਤੇ ਉਹਦੀ ਆਤਮਾ ਭਟਕਦੀ ਨਾ ਹੋਵੇ, ਕਿਤੇ ਉਹ ਘਰ ਨਾ ਆ ਜਾਵੇ। ਹੁਣ ਉਹਦਾ ਘਰ ਹੈ, ਆ ਵੀ ਜਾਊਗਾ ਤਾਂ ਕੀ ਫਰਕ ਪੈਂਦਾ? ਪਰ ਲੋਕ ਡਰਦੇ ਨੇ। ਇਸ ਲਈ ਪਹਿਲਾਂ ਜਿਹੜਾ ਪ੍ਰੇਮ ਸੀ ਉਹ ਬਾਅਦ ਵਿੱਚ ਡਰ ਵਿੱਚ ਬਦਲ ਗਿਆ। ਪਿਆਰ ਕਦੇ ਡਰ 'ਚ ਨਹੀਂ ਬਦਲਦਾ। ਉਹ ਝੂਠਾ ਸੀ ਤਾਂ ਕਰਕੇ ਹੁਣ ਡਰ ਲੱਗਦਾ ਹੈ। ਸਤਿਗੁਰੂ ਕਹਿੰਦੇ ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ, ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੀ। ਤੇ ਜਦੋਂ ਮੌਤ ਆਉਂਦੀ ਹੈ ਹੱਥ ਮਰੋੜਦਾ ਹੈ ਆਦਮੀ, ਤਨ ਕੱਪਦਾ, ਸਰੀਰ ਕੰਬ ਉੱਠਦਾ। ਬਾਹਰੋਂ ਹੋ ਸਕਦਾ ਸਾਨੂੰ ਨਜ਼ਰ ਨਾ ਆਵੇ, ਪਰ ਉਸ ਮਰਨ ਵਾਲੇ ਆਦਮੀ ਨਾਲ ਕੀ ਵਾਪਰਦੀ ਹੈ ਇਹ ਕੋਈ ਨਹੀਂ ਦੱਸ ਸਕਦਾ। ਉਹ ਵੀ ਨਹੀਂ ਦੱਸ ਪਾਉਂਦਾ ਕਿ ਮੇਰੇ ਨਾਲ ਕੀ ਵਾਪਰ ਰਿਹਾ। ਬਹੁਤ ਦਫਾ ਸਾਡੇ ਭਾਰਤ ਵਿੱਚ ਇਹ ਸਦੀਆਂ ਤੋਂ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਬੰਦੇ ਨੂੰ ਜਮਦੂਤ ਖਿੱਚ ਕੇ ਲੈ ਕੇ ਜਾਂਦੇ ਨੇ, ਇਹਨੂੰ ਖਿੱਚ ਕੇ ਲਿਜਾਇਆ ਜਾਂਦਾ, ਇਹਨੂੰ ਘੜੀਸ ਕੇ। ਕਿਉਂ? ਬੰਦਾ ਜਾਂਦਾ ਨਹੀਂ ਕਿ ਬੰਦੇ ਦੇ ਹੱਥ ਮਰੋੜ ਕੇ ਇਸ ਨੂੰ ਖਿੱਚ ਲਿਜਾਇਆ ਜਾਂਦਾ। ਹੁਣ ਹੱਥ ਕਿਵੇਂ ਮਰੋੜੇ ਜਾਂਦੇ ਨੇ? ਹੁਣ ਹੱਥ ਸਾਨੂੰ ਤਾਂ ਦਿਸਦੇ ਨਹੀਂ ਕਿ ਉਹਦੇ ਹੱਥ ਮਰੋੜੇ ਜਾਂਦੇ ਨੇ ਨਾ। ਉਹਦਾ ਭਾਵ ਕੀ ਹੈ? ਭਾਵ ਅਸਲ ਵਿੱਚ ਇਹ ਹੈ ਕਿ ਬੰਦਾ ਇਸ ਸੰਸਾਰ ਨੂੰ ਛੱਡਣਾ ਨਹੀਂ ਚਾਹੁੰਦਾ। ਕੌਣ ਇਸ ਸੋਹਣੇ ਸੰਸਾਰ ਨੂੰ ਛੱਡ ਕੇ ਜਾਣਾ ਚਾਹੁੰਦਾ ਹੈ? ਇਸ ਸੰਸਾਰ ਦੀ ਚਮਕ ਦਮਕ, ਸੰਸਾਰ ਦੀਆਂ ਚੀਜ਼ਾਂ, ਮਾਇਆ, ਇਹਨੂੰ ਤਿਆਗਣਾ ਕੌਣ ਚਾਹੁੰਦਾ ਹੈ?
ਬੰਦਾ ਤਿਆਗਣਾ ਨਹੀਂ ਚਾਹੁੰਦਾ, ਇਹਨੇ ਘੁੱਟ ਕੇ ਸੰਸਾਰ ਨੂੰ ਫੜਿਆ ਹੋਇਆ ਹੈ। ਮੌਤ ਛਡਾਉਂਦੀ ਹੈ ਸਾਰਾ ਕੁਝ, ਬੰਦਾ ਛੱਡਦਾ ਨਹੀਂ। ਇਸ ਕਰਕੇ ਲੱਗਦਾ ਹੈ ਕਿ ਜੰਮ ਖਿੱਚ ਕੇ ਲਿਜਾ ਰਹੇ ਨੇ ਬੰਦੇ ਨੂੰ, ਧੱਕਾ ਕਰ ਰਹੇ ਨੇ। ਕੋਈ ਕਿਸੇ ਨਾਲ ਧੱਕਾ ਨਹੀਂ ਕਰਦਾ, ਬੰਦਾ ਹੀ ਇਸ ਸੰਸਾਰ ਨੂੰ, ਦੁਨੀਆ ਨੂੰ ਛੱਡਣਾ ਨਹੀਂ ਚਾਹੁੰਦਾ। ਇਸ ਲਈ ਕੱਪਦਾ ਹੈ ਕਿ ਹੱਥੋਂ ਨਿਕਲ ਚੱਲੀ ਮਾਇਆ, ਡਰਦਾ ਹੈ ਕਿ ਜੋ ਮੈਂ ਜੋੜਿਆ ਉਹ ਖੁੱਸ ਚੱਲਿਆ। ਮੈਂ ਘਰ ਬਣਾਇਆ ਐਡਾ ਵੱਡਾ, ਹੁਣ ਇਹਦਾ ਆਨੰਦ ਤਾਂ ਮਾਣਿਆ ਹੀ ਨਹੀਂ। ਮੈਂ ਇੰਨੀਆਂ ਗੱਡੀਆਂ ਖਰੀਦੀਆਂ, ਹੁਣ ਉਹ ਰਹਿ ਗਈਆਂ ਪਈਆਂ। ਸਾਰੀਆਂ ਸੁੱਖ ਸਹੂਲਤਾਂ ਰਹਿ ਗਈਆਂ, ਮੇਰੇ ਧੀਆਂ ਪੁੱਤ ਉਹ ਸਭ ਇੱਥੇ ਰਹਿ ਗਏ, ਮੈਂ ਚੱਲਿਆ। ਡਰਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਹੱਥ ਮਰੋੜਾ ਤਨ ਕੱਪੇ। ਤਨ ਕੱਪਦਾ ਹੈ। ਹੁਣ ਸਿਆਹੋ ਹੋਆ ਸੇਤ, ਹੁਣ ਸੇਤ ਹੋ ਗਿਆ ਚਿੱਟਾ, ਰੰਗ ਬਦਲ ਗਿਆ ਨਾ। ਜਿਵੇਂ ਹੀ ਆਦਮੀ ਮਰਦਾ ਹੈ, ਹੌਲੀ ਹੌਲੀ ਜਿਵੇਂ ਜਿਵੇਂ ਸਰੀਰ ਠੰਡਾ ਹੁੰਦਾ ਜਾਂਦਾ, ਉਵੇਂ ਉਵੇਂ ਸਰੀਰ ਬਿਲਕੁਲ ਬਦਲ ਗਿਆ, ਰੂਪ ਬਦਲ ਗਿਆ ਸਰੀਰ ਦਾ। ਜਿਹੜਾ ਥੋੜੀ ਦੇਰ ਪਹਿਲਾਂ ਸੀ ਹੁਣ ਨਹੀਂ, ਕਿਉਂਕਿ ਹਾਰਟ ਕੰਮ ਕਰਨੋਂ ਬੰਦ ਹੋ ਗਿਆ। ਹਾਰਟ ਪੂਰੇ ਸਰੀਰ ਨੂੰ ਖੂਨ ਦੇ ਰਿਹਾ ਸੀ, ਪੰਪ ਕਰ ਰਿਹਾ ਸੀ, ਉਹ ਬੰਦ ਹੋ ਗਿਆ। ਦਿਮਾਗ ਕੰਮ ਕਰਨੋਂ ਬੰਦ ਹੋ ਗਿਆ, ਕਿਡਨੀਆਂ ਬੰਦ ਹੋ ਗਈਆਂ, ਹੌਲੀ ਹੌਲੀ ਸਾਰਾ ਸਰੀਰ ਬੰਦ ਹੋ ਗਿਆ। ਕੋਈ ਪ੍ਰਕਿਰਿਆ ਨਹੀਂ ਹੁਣ ਸਰੀਰ ਵਿੱਚ, ਕੁਝ ਵੀ ਨਹੀਂ। ਹੁਣ ਜਿਹੜੇ ਰੈੱਡ ਸੈੱਲ ਤੇ ਵਾਈਟ ਸੈੱਲ ਸਰੀਰ ਨੂੰ ਜਿਉਂਦਾ ਰੱਖਣ ਵਿੱਚ ਸਹਾਇਤਾ ਕਰਦੇ ਨੇ, ਉਹੀ ਵਾਈਟ ਤੇ ਰੈੱਡ ਸੈੱਲ ਉਹ ਮਰਨ ਤੋਂ ਬਾਅਦ ਸਰੀਰ ਨੂੰ ਖਾਣ ਲੱਗ ਜਾਂਦੇ ਨੇ। ਉਹੀ ਸੈੱਲ ਜੋ ਬੰਦੇ ਦੇ ਵਾਸਤੇ ਲਾਭਦਾਇਕ ਹੁੰਦੇ ਨੇ, ਮਰਨ ਤੋਂ ਬਾਅਦ ਉਹੀ ਸਰੀਰ ਨੂੰ ਖਾਣ ਲੱਗ ਜਾਂਦੇ ਨੇ। ਇਸ ਲਈ ਸਰੀਰ ਦੇ ਵਿੱਚ ਕਈ ਬੜਾ ਕੁਝ ਬਦਲਾਵ ਆਉਣ ਲੱਗ ਜਾਂਦਾ ਹੈ। ਇਸੇ ਕਰਕੇ ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਸਿਆਹ ਤੋਂ ਸੇਤ ਹੋ ਗਿਆ, ਚਿੱਟਾ ਰੰਗ ਬਦਲ ਗਿਆ। ਹੁਣ ਜਿਹਾ ਬੀਜੈ ਸੋ ਲਾਉਣਾ। ਜੋ ਅਸੀਂ ਬੀਜਦੇ ਹਾਂ, ਜੋ ਕੋਈ ਵੀ ਆਦਮੀ ਆਪਣੇ ਜੀਵਨ ਵਿੱਚ ਜੋ ਕੁਝ ਵੀ ਬੀਜਦਾ ਉਹੀ ਕੁਝ ਲਾਉਣਾ। ਲਾਉਣਾ ਮਤਲਬ ਵੱਢਦਾ। ਉਹੀ ਕੁਝ ਅਸੀਂ ਵੱਢਦੇ ਹਾਂ। ਇਹ ਯੂਨੀਵਰਸ ਦਾ, ਇਹ ਪੂਰੇ ਬ੍ਰਹਿਮੰਡ ਦਾ ਇਹ ਨਿਯਮ ਹੈ। ਇਹ ਯੂਨੀਵਰਸ ਦਾ ਲਾਅ ਕਹਿ ਲਓ, ਕੁਦਰਤ ਦਾ ਇਹ ਨਿਯਮ ਹੈ ਕਿ ਜੋ ਤੁਸੀਂ ਸੰਸਾਰ ਨੂੰ ਦੇਵੋਗੇ ਉਹ ਵਾਪਸ ਮਿਲੇਗਾ। ਜੋ ਵੀ ਦੇਵੋਗੇ ਉਹ ਵਾਪਸ ਮਿਲੇਗਾ। ਕੁਛ ਵੀ ਹੋਵੇ, ਚੰਗਾ ਜਾਂ ਮੰਦਾ, ਗੰਦਗੀ ਜਾਂ ਸ਼ੁੱਧਤਾ, ਕੁਛ ਵੀ, ਜੋ ਵੀ ਦੇਵੋਗੇ ਉਹ ਵਾਪਸ ਆਵੇਗਾ। ਜਿਵੇਂ ਅਸੀਂ ਦੀਵਾਰ ਦੇ ਨਾਲ ਕੋਈ ਬਾਲ ਕਰਦੇ ਨਾ, ਉਹ ਬਾਉਂਸ ਕਰਕੇ ਵਾਪਸ ਆਉਂਦੀ, ਬਿਲਕੁਲ ਐਸਾ ਹੀ ਤੁਸੀਂ ਪਿਆਰ ਦਿਓਗੇ ਤਾਂ ਪਿਆਰ ਤੁਹਾਨੂੰ ਵਾਪਸ ਮਿਲੇਗਾ। ਨਫ਼ਰਤ ਦੇਵੋਗੇ ਤਾਂ ਨਫ਼ਰਤ ਵਾਪਸ ਮਿਲੇਗੀ। ਭਾਰਤ ਦੇ ਵਿੱਚ ਸਦੀਆਂ ਤੋਂ ਇਹ ਗੱਲ ਰਹੀ ਹੈ ਕਿ ਜੇ ਤੁਸੀਂ ਕਿਸੇ ਨੂੰ ਦਾਨ ਕਰੋਗੇ ਤਾਂ 10 ਗੁਣਾ ਵੱਧ ਕੇ ਮਿਲੂਗਾ। ਅੱਜ ਵੀ ਹਿੰਦੂ ਮੰਨਦੇ ਨੇ ਇਸ ਗੱਲ ਨੂੰ। ਕਿਤੇ ਨਾ ਕਿਤੇ ਉਹਦੇ ਵਿੱਚ ਥੋੜੀ ਬਹੁਤ ਸੱਚਾਈ ਵੀ ਹੋ ਸਕਦੀ ਹੈ, ਹੈਗੀ ਵੀ ਹੈ। ਉਹਦਾ ਮਤਲਬ ਇਹੀ ਹੈ ਕਿ ਦੋਗੇ, ਜੋ ਦਿਓਗੇ ਉਹ ਵੱਧ ਕੇ ਮਿਲੇਗਾ। 10 ਗੁਣਾ ਦਾ ਮਤਲਬ ਕਿ ਤੁਸੀਂ ਇੱਕ ਬੀਜ ਪਾਇਆ ਜ਼ਮੀਨ ਵਿੱਚ, ਉਹ ਇੱਕੋ ਬੀਜ ਤਾਂ ਹੋਇਆ ਨਹੀਂ, ਉਸ ਇੱਕ ਬੀਜ ਤੋਂ ਕਿੰਨੇ ਗਾਂ ਹੋਰ ਬੀਜ ਪੈਦਾ ਹੋ ਗਏ। ਕਣਕ ਦਾ ਇੱਕ ਬੀਜ ਬੀਜਿਆ, ਉਹਨੂੰ ਜੋ ਕਣਕ ਦਾ ਉਹ ਇੱਕ ਬੀਜ, ਉਹ ਜਦੋਂ ਵਧਿਆ ਇੱਕ ਸਿੱਟਾ ਲੱਗਾ ਉਹਨੂੰ, ਉਹ ਇੱਕ ਸਿੱਟੇ 'ਚ ਕਿੰਨੇ ਦਾਣੇ, 15-20 ਦਾਣੇ, ਵੱਧ ਵੀ ਹੋ ਸਕਦੇ ਨੇ। ਉਹ ਵਧਿਆ ਨਾ ਉਹ। ਇਸ ਲਈ ਜੋ ਤੁਸੀਂ ਕਿਸੇ ਨਾਲ ਸਲੂਕ ਕਰੋਗੇ ਉਹ ਵੱਧ ਕੇ ਮਿਲੇਗਾ, ਉਹ ਵੱਧ ਕੇ ਮਿਲੇਗਾ। ਇਸ ਲਈ ਕੰਡੇ ਬੀਜਾਂਗੇ ਤਾਂ ਕੰਡੇ ਹੀ ਮਿਲਣਗੇ, ਫੁੱਲ ਬੀਜੋਗੇ ਤਾਂ ਫੁੱਲ ਹੀ ਮਿਲਣਗੇ। ਪਿਆਰ ਦਾ ਬੀਜ ਬੀਜੋਗੇ ਤੇ ਪਿਆਰ ਮਿਲੇਗਾ, ਨਫ਼ਰਤ ਦਾ ਬੀਜ ਬੀਜੋਗੇ ਤਾਂ ਨਫ਼ਰਤ ਮਿਲੇਗੀ। ਐਸਾ ਹੀ ਹੈ। ਇਸ ਲਈ ਜੋ ਸਿੱਟਾ ਦੇਵਾਂਗੇ ਸੰਸਾਰ ਵਿੱਚ ਉਹੀ ਸਾਨੂੰ ਹਾਸਲ ਹੋਣਾ ਹੈ। ਹੁਣ ਇਹ ਡਿਪੈਂਡ ਕਰਦਾ ਹੈ ਕਿ ਅਸੀਂ ਕੀ ਸਿੱਟਾ ਦਿੰਦੇ ਹਾਂ, ਅਸੀਂ ਕੀ ਖਿਲਾਰਦੇ ਹਾਂ ਇਸ ਸੰਸਾਰ ਦੇ ਅੰਦਰ, ਗੁਣ ਜਾਂ ਔਗਣ। ਉਹੀ ਕੁਛ ਜਿਹਾ ਬੀਜੈ ਸੋ ਲਾਉਣਾ, ਕਰਮਾ ਸੰਧੜਾ ਖੇਤ। ਇਹ ਕਰਮਾਂ ਦਾ ਖੇਤ ਹੈ। ਨਾਨਕ ਪ੍ਰਭ ਸਰਨਾਗਤੀ। ਸਤਿਗੁਰੂ ਕਹਿੰਦੇ ਉਸ ਪ੍ਰਭੂ ਦੀ ਸ਼ਰਨ ਵਿੱਚ ਪੈ, ਉਹਦੀ ਸ਼ਰਨ ਵਿੱਚ ਚੱਲ, ਉਹਦੇ ਚਰਨਾਂ ਨਾਲ ਜੁੜ। ਚਰਨ ਬੋਹਿਤ ਪ੍ਰਭ ਦੇਤ।
ਉਹਦੇ ਚਰਨ ਜਿਹੜੇ ਨੇ ਬੋਹਿਤ ਜਹਾਜ਼ ਦੀ ਤਰ੍ਹਾਂ ਨੇ, ਜਿਹੜੇ ਸਾਨੂੰ ਪਾਰ ਲੰਘਾ ਦਿੰਦੇ ਨੇ। ਜਿਹੜਾ ਵੀ ਗੁਰੂ ਚਰਨਾਂ ਨਾਲ ਜੁੜਦਾ ਹੈ, ਜਿਹੜਾ ਵੀ ਵਾਹਿਗੁਰੂ ਨਾਲ ਸਾਂਝ ਪਾਉਂਦਾ ਹੈ, ਸਤਿਗੁਰੂ ਕਹਿੰਦੇ ਉਹ ਪਾਰ ਲੰਘ ਜਾਂਦਾ ਹੈ, ਉਹ ਮੁਕਤ ਹੋ ਗਿਆ। ਉਹ ਸਭ ਕਰਮਾਂ ਤੋਂ, ਸਭ ਬੰਧਨਾਂ ਤੋਂ, ਸਭ ਮਾਇਆ ਤੋਂ, ਸਭ ਝਮੇਲਿਆਂ ਤੋਂ, ਸਭ ਕਾਸੇ ਤੋਂ ਆਜ਼ਾਦ ਹੈ, ਮੁਕਤ। ਇਸ ਲਈ ਭਗਤ ਨੂੰ ਕੋਈ ਬੰਧਨ ਨਹੀਂ ਵਿਆਪਦਾ, ਕੋਈ ਵੀ, ਕਿਸੇ ਵੀ ਕਿਸਮ ਦਾ, ਨਾ ਕਰਮ ਦਾ, ਨਾ ਧਰਮ ਦਾ, ਨਾ ਸੰਸਾਰ ਦਾ, ਨਾ ਮਾਇਆ ਦਾ, ਕੁਛ ਵੀ ਨਹੀਂ। ਉਹ ਮੁਕਤ ਹੋ ਜਾਂਦਾ ਹੈ। ਉਹ ਸਭ ਕਾਸੇ ਦੇ ਵਿੱਚ ਰਹਿ ਕੇ ਸਭ ਕਾਸੇ ਤੋਂ ਮੁਕਤ ਹੋ ਜਾਂਦਾ ਹੈ। ਕਿਉਂ? ਕਿਉਂਕਿ ਉਹਨੇ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਲਿਆ। ਉਹ ਹਮੇਸ਼ਾ ਹੀ ਵਾਹਿਗੁਰੂ ਵਿੱਚ ਸਮਾਇਆ ਰਿਹਾ। ਦੇਖਣ ਨੂੰ ਸੰਸਾਰ ਵਿੱਚ ਹੈ, ਪਰ ਉਹਦੀ ਸੁਰਤੀ ਬਿਰਤੀ ਹਮੇਸ਼ਾ ਨਿਰੰਕਾਰ ਵਿੱਚ। ਨਾਨਕ ਪ੍ਰਭ ਸਰਣਾਗਤੀ, ਚਰਨ ਬੋਹਿਤ ਪ੍ਰਭ ਦੇਤ, ਸੇ ਭਾਦੋਏ ਨਰਕ ਨਾ ਪਾਈਐ। ਸਤਿਗੁਰੂ ਕਹਿੰਦੇ ਉਹ ਭਾਦੋਂ ਦੇ ਨਰਕ ਵਿੱਚ ਕਦੇ ਨਹੀਂ ਪੈਂਦੇ। ਉਹ ਮਾਇਆ ਦੇ ਪ੍ਰੇਮ ਵਿੱਚ, ਉਹਨਾਂ ਦੇ ਮਨ ਅੰਦਰ ਦੂਸਰਾ ਭਾਉ, ਇਹ ਜਿਹੜਾ ਨਰਕ ਹੈ, ਉਹ ਕਦੇ ਨਹੀਂ ਇਹਦੇ ਵਿੱਚ ਜਾਂਦੇ। ਕਿਉਂ? ਕਿਉਂਕਿ ਗੁਰ ਰੱਖਣ ਵਾਲਾ ਹੇਤ, ਗੁਰੂ ਉਹਨਾਂ ਦਾ ਹੇਤ ਰੱਖਣ ਵਾਲਾ, ਗੁਰੂ ਉਹਨਾਂ ਦਾ ਸਹਾਈ, ਗੁਰੂ ਉਹਨਾਂ ਦਾ ਸਹਾਈ, ਗੁਰੂ ਉਹਨਾਂ ਦਾ ਮਦਦਗਾਰ ਹੋ ਗਿਆ। ਇਸ ਲਈ ਗੁਰੂ ਜਿਨ੍ਹਾਂ ਦਾ ਰਖਵਾਲਾ ਹੋ ਗਿਆ, ਉਹਨਾਂ ਨੂੰ ਮਾਇਆ ਕਿਵੇਂ ਵਿਆਪੇਗੀ? ਉਹ ਮਾਇਆ ਵੱਲ ਕਿਵੇਂ ਜਾਣਗੇ? ਜਦੋਂ ਗੁਰੂ ਸਾਡੇ ਸਿਰ ਤੇ ਖੜੋਤਾ ਹੈ, ਗੁਰੂ ਨੂੰ ਹਰ ਵੇਲੇ ਅਸੀਂ ਆਪਣੇ ਅੰਗ ਸੰਗ ਜਾਣਦੇ ਹਾਂ, ਤਾਂ ਮਾਇਆ ਵੱਲ ਨੂੰ ਕਿਵੇਂ ਦੌੜਾਂਗੇ? ਜਦੋਂ ਦਿਸੇ ਕਿ ਸਾਰਿਆਂ ਦੇ ਵਿੱਚ ਉਹੀ ਵਸਦਾ ਹੈ, ਤਾਂ ਫਿਰ ਉਸ ਦੀ ਨਿੰਦਾ ਕਿਵੇਂ ਕਰਾਂਗੇ? ਸਾਰਿਆਂ ਦੇ ਵਿੱਚ ਉਹਦਾ ਵਸ ਹੈ, ਤਾਂ ਫਿਰ ਉਹਦੇ ਨਾਲ ਨਫ਼ਰਤ ਕਿਵੇਂ ਕਰਾਂਗੇ? ਇਸ ਲਈ ਫਿਰ ਸਾਡੇ ਕੋਲੋਂ ਕੁਝ ਬੁਰਾ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ, ਕਿਉਂਕਿ ਉਹ ਸਾਡੇ ਹਿਰਦੇ ਵਿੱਚ ਆ ਵਸਿਆ, ਸਾਡੀ ਉਹਦੇ ਨਾਲ ਸਾਂਝ ਪੈ ਗਈ। ਇਸ ਲਈ ਗੁਰੂ ਨਾਲ ਸਾਂਝ ਪਾ ਲੈਣਾ। ਗੁਰੂ ਨਾਲ ਸਾਂਝ ਪਈ ਤਾਂ ਸਭ ਬਦਲ ਗਿਆ। ਸੇ ਭਾਦੋਏ ਨਰਕ ਨਾ ਪਾਈਏ। ਉਹ ਦੁੱਖਾਂ ਵਿੱਚ, ਉਹ ਨਰਕਾਂ ਵਿੱਚ ਕਦੇ ਨਹੀਂ ਪੈਂਦੇ ਜਿਨ੍ਹਾਂ ਦਾ ਗੁਰੂ ਰਖਵਾਲਾ ਹੋ ਗਿਆ। ਰਖਵਾਲਾ ਗੋਬਿੰਦ ਰਾਏ, ਸੁੱਖ ਹੀ ਸੁੱਖ, ਆਨੰਦ ਹੀ ਆਨੰਦ। ਸਤਿਗੁਰੂ ਰਹਿਮਤ ਕਰੇ। ਇਹ ਰੱਬੀ ਆਨੰਦ, ਇਹ ਰੱਬੀ ਸੁੱਖ ਗੁਰੂ ਕਿਰਪਾ ਕਰਕੇ ਸਭ ਨੂੰ ਬਖਸ਼ੇ। ਤੇ ਜੋ ਅਸੀਂ ਭਾਦੋਂ ਵਿੱਚ ਉਲਝੇ ਹਾਂ, ਭਾਵ ਮਾਇਆ ਵਿੱਚ, ਜੋ ਵਾਹਿਗੁਰੂ ਤੋਂ ਬਿਨਾਂ ਦੂਸਰੇ ਪਾਸੇ ਲੱਗੇ ਹਾਂ, ਉਹਦੇ ਵਿੱਚੋਂ ਨਿਕਲ ਕੇ ਗੁਰੂ ਚਰਨਾਂ ਨਾਲ ਸਾਂਝ ਪੈ ਜਾਏ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।